ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਲਾਲ ਸਲਾਮ। ਸਾਥੀਓ, ਇੱਕ ਦੁਨੀਆ ਦਾ ਬਹੁਤ ਵੱਡਾ ਭੁਲੇਖਾ ਸ਼ਾਇਦ ਕੁਝ ਲੋਕਾਂ ਦਾ ਕਿ ਸਿਆਣਪ, ਅਕਲ, ਸਮਝ, ਗਿਆਨ, ਨੌਲੇਜ ਇਹਦਾ ਸੰਬੰਧ ਸ਼ਾਇਦ ਕੱਪੜਿਆਂ ਨਾਲ ਆ, ਸ਼ਾਇਦ ਪੈਸੇ ਨਾਲ ਆ, ਸ਼ਾਇਦ ਰੁਤਬੇ ਨਾਲ ਆ, ਸ਼ਾਇਦ ਸੋਹਣੇਪਨ ਨਾਲ ਆ। ਪਰ ਨਹੀਂ, ਇਸ ਚੀਜ਼ ਦਾ ਇਤਿਹਾਸ ਗਵਾਹ ਕਿ ਸਿਆਣਪ ਦਾ ਕੋਈ ਵਾਸਤਾ ਇਹਨਾਂ ਚੀਜ਼ਾਂ ਨਾਲ ਨਹੀਂ। ਇੱਕ ਘਟਨਾ ਵਾਪਰੀ ਪਿੱਛੇ ਜਿਹੇ, ਇੱਕ ਪ੍ਰੋਗਰਾਮ ਕਰਾਇਆ ਗਿਆ ਮੇਰੇ ਅਜ਼ੀਜ਼ ਦੋਸਤਾਂ ਵੱਲੋਂ। ਉਹਦੇ ਵਿੱਚ ਮੈਨੂੰ ਕਿਹਾ ਗਿਆ ਕਿ ਤੁਸੀਂ ਜ਼ਰੂਰ ਸ਼ਮੂਲੀਅਤ ਕਰਨੀ ਆ, ਤੁਹਾਨੂੰ ਟਾਈਮ ਦੇਣਾ ਸੀ। ਮੈਂ ਕਿਹਾ ਜੀ ਜ਼ਰੂਰ ਆਵਾਂਗੇ। ਆਖਰ ਵਿੱਚ ਉਹ ਬੰਦਾ ਕਹਿੰਦਾ ਕਿ ਵੀ ਇੱਕ ਯਾਰ ਸੋਹਣੀ ਜਿਹੀ ਪੈਂਟ ਕਮੀਜ਼ ਪਾ ਕੇ ਆਈ। ਮੈਨੂੰ ਹਾਸਾ ਆਇਆ, ਉਹਦੀ ਗੱਲ ਤੇ ਗੁੱਸਾ ਨਹੀਂ ਆਇਆ, ਹਾਸਾ ਆਇਆ। ਮੈਂ ਉਸ ਪ੍ਰੋਗਰਾਮ ਤੇ ਗਿਆ ਵੀ, ਪਰ ਮੈਨੂੰ ਇਹ ਗੱਲ ਅਟਕੀ ਰਹੀ ਵੀ ਇਹ ਸ਼ਾਇਦ ਉਹਨਾਂ ਨੂੰ ਭੁਲੇਖਾ ਹੋਵੇ, ਹੋਰ ਲੋਕਾਂ ਨੂੰ ਵੀ ਭੁਲੇਖਾ ਹੋਵੇ, ਖਰੇ ਕੱਪੜਿਆਂ ਨਾਲ ਇਹਦਾ ਵਾਸਤਾ ਕੋਈ। ਫਿਰ ਮੈਨੂੰ ਯਾਦ ਆ ਗਿਆ ਮਿਰਜ਼ਾ ਗਾਲਿਬ, ਉਹ ਸ਼ਾਇਰ ਜਿਹਨੂੰ ਦੁਨੀਆ ਪੂਰੀ ਮੰਨਦੀ ਪਈ ਆ। ਮੇਰੀ ਤਾਂ ਗੱਲ ਉਹਦੀ ਤਾਂ ਮੇਰੀ ਕੁਛ ਹੱਦ ਤੱਕ ਗੱਲ ਮਿਲਦੀ ਆ। ਮੁਸ਼ਾਇਰੇ ਵਿੱਚ ਨਹੀਂ ਕਹਿਣਾ, ਸ਼ਾਇਰੋ ਸ਼ਾਇਰੀ ਵਿੱਚ ਨਹੀਂ ਕਹਿਣਾ, ਜੋ ਘਟਨਾ ਉਹਦੇ ਨਾਲ ਵਾਪਰੀ। ਮੈਂ ਦੱਸਦਾ, ਨਵਾਬ ਰਾਮਪੁਰ ਨੇ ਮੁਸ਼ਾਇਰਾ ਰੱਖਿਆ ਹੈਦਰਾਬਾਦ, ਬਹੁਤ ਵੱਡਾ ਮੁਸ਼ਾਇਰਾ। ਉਹਦੇ ਵਿੱਚ ਸਾਰੇ ਸ਼ਾਇਰਾਂ ਨੂੰ ਸੱਦਿਆ ਤੇ ਉਹਦੇ ਵਿੱਚ ਜਿੰਨੇ ਸ਼ਾਇਰ ਸੀਗੇ ਬੁਲਾਇਆ ਗਿਆ। ਤਾਂ ਉਹਦੇ ਵਿੱਚ ਨਵਾਬ ਰਾਮਪੁਰ ਨੇ ਕਾਸਿਦ ਦੇ ਹੱਥ ਚਿੱਠੀ ਘੱਲੀ ਇਹ ਮਿਰਜ਼ਾ ਗਾਲਿਬ ਨੂੰ ਵੀ ਤੂੰ ਜ਼ਰੂਰ ਆਉਣਾ। ਤੇ ਚਿੱਠੀ ਵਿੱਚ ਲਿਖਦਾ ਕਿ ਮੈਨੂੰ ਪਤਾ ਗਾਲਿਬ ਤੇਰੇ ਹਾਲਾਤ ਕੁਝ ਠੀਕ ਨਹੀਂ, ਆਰਥਿਕ ਪੱਖੋਂ ਤੂੰ ਬਹੁਤ ਥੱਲੇ ਆ, ਗਰੀਬੀ ਆ, ਤੂੰ ਆ, ਤੇਰੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਊਗਾ, ਸਭ ਕੁਝ ਕੀਤਾ ਜਾਊਗਾ, ਤੇਰੀ ਸਹਾਇਤਾ ਵੀ ਕੀਤੀ ਜਾਊਗੀ। ਗਾਲਿਬ ਚਿੱਠੀ ਪੜ੍ਹ ਕੇ ਪਿੱਛੇ 2 ਲਾਈਨਾਂ ਲਿਖ ਦਿੰਦਾ ਤੇ ਕਹਿੰਦਾ ਕਾਸਿਦ ਨੂੰ, ਕਹਿੰਦਾ ਜਾ ਨਵਾਬ ਨੂੰ ਦੇ ਦੀ। ਚਿੱਠੀ ਥੱਲੇ ਪਤਾ ਕੀ ਲਿਖਦਾ? ਕਹਿੰਦਾ खुददार हूँ मैं क्यों चल के जाऊं दर अहले कर्म तक, खेती कभी गटा तक चल के नहीं जाती। ਕਹਿੰਦਾ ਕਦੀ ਜ਼ਮੀਨਾਂ ਵੀ ਗਈਆਂ ਬੱਦਲਾਂ ਤੱਕ, ਬੱਦਲਾਂ ਨਹੀਂ ਆਉਣਾ ਪੈਂਦਾ। ਜੇ ਤੂੰ ਆਪਣੇ ਆਪ ਨੂੰ ਬੱਦਲ ਕਹਿੰਦਾ, ਆ ਕੇ ਬਰਸ ਜਾ। ਜਦੋਂ ਨਵਾਬ ਨੇ ਇਹ ਚਿੱਠੀ ਪੜ੍ਹੀ ਤੇ ਉਹਨੂੰ ਬੜਾ ਗੁੱਸਾ ਲੱਗਾ ਵੀ ਯਾਰ ਮੇਰੀ ਤਾਂ ਇੱਕ ਇਸ਼ਾਰੇ ਤੇ ਦੁਨੀਆ ਜਾਨ ਵਾਰ ਦਿੰਦੀ ਹੈ ਤੇ ਇਹ ਬੰਦੇ ਨੇ ਇਹੋ ਜਿਹਾ ਕੰਮ ਕੀਤਾ। ਤੇ ਉਸ ਤੋਂ ਬਾਅਦ ਇਹਦੇ ਉਸਤਾਦ ਜੌਕ ਨੇ ਇਹਦੇ ਵਾਸਤਾ ਪਾਇਆ, ਮਿੰਨਤਾਂ ਕੀਤੀਆਂ ਵੀ ਤੈਨੂੰ ਆਉਣਾ ਪੈਣਾ। ਜਦੋਂ ਇਹ ਆਇਆ, ਉਸਤਾਦ ਨੇ ਇਹਦੇ ਜੌਕ, ਉਸਤਾਦ ਦਾ ਨਾਂ ਸੀ ਜੌਕ, ਕਹਿੰਦਾ ਗਾਲਿਬ ਮੈਂ 3-4 ਵਰਦੀਆਂ ਲੈ ਕੇ ਆਇਆ, ਇਹਦੇ ਵਿੱਚੋਂ ਇੱਕ ਸੂਟ ਤੂੰ ਪਾ ਲਾ। ਗਾਲਿਬ ਕਹਿੰਦਾ ਨਹੀਂ, ਗਾਲਿਬ ਆਪਣੇ ਕੱਪੜਿਆਂ ਵਿੱਚ ਸੁਣਾਏਗਾ, ਜੌਕ ਦੇ ਕੱਪੜਿਆਂ ਵਿੱਚ ਨਹੀਂ ਸੁਣਾਏਗਾ। ਦੂਏ ਦਿਨ ਜਦੋਂ ਜਾਂਦੇ ਆ ਮੁਸ਼ਾਇਰਾ ਜਿੱਥੇ ਹੋ ਰਿਹਾ ਦਰਬਾਰ ਦੇ ਵਿੱਚ, ਉੱਥੇ ਦਾ ਸੰਤਰੀ, ਉੱਥੇ ਦਾ ਸਿਕਿਉਰਿਟੀ ਗਾਰਡ ਜੋ ਦੇਖ ਰੇਖ ਕਰਦਾ ਗੇਟ ਦੇ ਵਿੱਚ ਖੜਾ, ਇਹਨੂੰ ਵੜਨ ਨਹੀਂ ਦਿੱਤਾ ਜਾਂਦਾ। ਟੋਪੀ ਕਈ ਪਾਸੇ ਤੋਂ ਗੰਢੀ ਹੋਈ ਆ, ਸਲਵਾਰ ਕਈਆਂ ਥਾਂ ਤੋਂ ਤੁੰਬੀ ਹੋਈ ਆ, ਜੈਕਟ ਆ ਜਿਹੜੀ ਇਹ ਵੀ ਇਹਨੂੰ ਟਾਕੀਆਂ ਲੱਗੀਆਂ ਹੋਈਆਂ ਤੇ ਇਹਨੂੰ ਬਾਹਰ ਕੱਢ ਦਿੱਤਾ ਜਾਂਦਾ। ਤੇ ਇਹ ਕਹਿੰਦਾ ਮੈਂ ਮਿਰਜ਼ਾ ਗਾਲਿਬ ਆ। ਉਹ ਕਹਿੰਦਾ ਜਾ ਤੇਰੇ ਵਰਗੇ ਕਈ ਗਾਲਿਬ ਆ, ਪਰੇ ਹਟ। ਮੁੜ ਜਾਂਦਾ। ਜਦੋਂ ਇੱਕੋ ਸਰਾਂ ਦੇ ਵਿੱਚ ਦੋਨੇ ਜਣੇ ਰਹਿੰਦੇ ਆ, ਜਦੋਂ ਉਹ ਜਾਂਦਾ ਆ ਤੇ ਉਹਦਾ ਗਾਲਿਬ ਦਾ ਉਸਤਾਦ ਜੌਕ ਕਹਿੰਦਾ ਵੀ ਤੂੰ ਆਇਆ ਨਹੀਂ ਗਾਲਿਬ, ਮੈਂ ਤੇਰੀ ਵੇਟ ਕਰ ਰਿਹਾ ਸੀ, ਸਾਰੇ ਤੈਨੂੰ ਦੇਖ ਰਿਹਾ ਸੀ। ਕਹਿੰਦਾ ਮੈਨੂੰ ਬਣ ਨਹੀਂ ਦਿੱਤਾ ਗਿਆ। ਉਹਨਾਂ ਨੂੰ ਮੇਰੇ ਕੱਪੜਿਆਂ ਦੀ ਪਹਿਚਾਣ ਸੀ ਪਰ ਮੇਰੀ ਪਹਿਚਾਣ ਨਹੀਂ ਸੀ। ਉਹ ਜੌਕ ਕਹਿੰਦਾ ਖੁਦਾ ਦਾ ਵਾਸਤਾ ਹੱਥ ਜੋੜਦਾ, ਕੱਲ੍ਹ ਨੂੰ ਜਾਣਾ ਪੈਣਾ ਜ਼ਰੂਰੀ, ਤੂੰ ਮੇਰੀ ਵਰਦੀ ਪਾ ਲਾ। ਗਾਲਿਬ ਉਹਦੀ ਵਰਦੀ ਪਾ ਲੈਂਦਾ। ਜਦੋਂ ਜਾਂਦੇ, ਜਿਹੜੇ ਸੰਤਰੀ ਨੇ ਜ਼ਲੀਲ ਕੀਤਾ ਸੀ, ਜਿਹਨੇ ਉਹਨੂੰ ਤਾਨੇ ਮਾਰੇ ਸੀ, ਜਿਹਨੇ ਕਿਹਾ ਸੀ ਤੇਰੇ ਵਰਗੇ ਕਈ ਗਾਲਿਬ ਆਉਂਦੇ ਆ, ਉਹੀ ਸਲਾਮਾਂ ਕਰਦਾ ਫਿਰਦਾ ਸੀ। ਜੋ ਗਾਲਿਬ ਨੇ ਉਸ ਟਾਈਮ ਅੰਦਰ ਸੁਣਾਇਆ, ਉਹਨੂੰ ਸੁਣ ਕੇ ਨਵਾਬ ਜ਼ਾਰੋ ਜ਼ਾਰੀ ਰੋਣ ਲੱਗ ਪਿਆ ਸੀ।
मैं सुनाना ਹੁਣ ਕੀ ਕਿਹਾ ਸੀ। ਕਹਿੰਦਾ गोज़रा की बात पर बरसों के ज़राने गए, गोज़रा की बात पर बरसों के ज़राने गए, इतना तो हुआ कुछ लोग पहचाने गए, जूं तो वो थे रगे जान से भी करीब, रगे जान आसाह वाली नाली नूं कहते हैं। जूं तो वो थे रगे जान से भी करीब, आंसुओं की धुंध में लेकिन ना पहचाने गए। मैं इसे अपनी शोहरत कहूँ कि अपनी रुसवाई कहूँ, मैं इसे अपनी शोहरत कहूँ कि अपनी रुसवाई कहूँ, मुझसे पहले उस गली में मेरे अफसाने गए, बहसतें कुछ इस कदर अपना मुकद्दर हो गई, बहसतें कुछ इस कदर अपना मुकद्दर हो गई, हम जहाँ पहुँचे साथ में बिराने गए, क्या क़यामत है शबे खातर कुश्ता भी थे हम, क्या क़यामत है शबे खातर कुश्ता भी थे हम, सुबह जब हुई मुजरिम हम ही गर्दाने गए। ਕਹਿੰਦਾ ਜਿਨ੍ਹਾਂ ਦੀ ਜ਼ਿੰਦਗੀ 'ਚ ਉਜਾਲਾ ਕਰਦੇ ਰਹੇ, ਉਹਨਾਂ ਦਾ ਹਨੇਰਾ ਦੂਰ ਕਰਦੇ ਰਹੇ, ਉਹੀ ਸਾਨੂੰ ਅੱਜ ਮੁਜਰਿਮ ਠਹਿਰਾ ਰਹੇ ਨੇ। ਸੁਬਹ ਜਬ ਹੋਈ ਮੁਜਰਿਮ ਹਮ ਹੀ ਗਰਦਾਨੇ ਗਏ। ਕਹਿੰਦਾ ਜਿਨ੍ਹਾਂ ਦੀ ਜ਼ਿੰਦਗੀ 'ਚ ਰਾਤ ਭਰ ਉਜਾਲਾ ਕਰਨ ਦਾ ਸੋਚਿਆ, ਉਜਾਲਾ ਕੀਤਾ, ਸਵੇਰਾ ਜਦ ਹੋਇਆ ਤਾਂ ਮੁਜਰਿਮ ਸਾਨੂੰ ਹੀ ਠਹਿਰਾਇਆ ਗਿਆ। ਉਸ ਤੋਂ ਬਾਅਦ ਰੋਟੀ ਦਾ ਪ੍ਰਬੰਧ ਕਰ ਦਿੱਤਾ ਜਾਂਦਾ, ਸਾਰੇ ਬਹਿ ਜਾਂਦੇ, ਨਾਮਵਰ ਸ਼ਾਇਰ ਬਹਿ ਜਾਂਦੇ ਆ, ਵੱਡੇ ਜਿਹੜਾ ਨਵਾਬ ਆ ਉਹ ਬਹਿ ਜਾਂਦਾ, ਤੇ ਗਾਲਿਬ ਨਾਣ ਤੋੜਦਾ ਆਪਣੀ ਜੈਕਟ ਨੂੰ ਲਾ ਲੈਂਦਾ, ਨਾਣ ਤੋੜਦਾ ਆਪਣੀ ਟੋਪੀ ਨੂੰ ਲਾਉਂਦਾ, ਸਬਜ਼ੀ ਨਾਲ ਲਾਉਂਦਾ, ਸਲਵਾਰ ਨੂੰ ਲਾ ਲੈਂਦਾ। ਤੇ ਨਵਾਬ ਕਹਿੰਦਾ ਗਾਲਿਬ ਤੂੰ ਇਹ ਕੀ ਕਰਨ ਡਿਆ? ਗਾਲਿਬ ਕਹਿੰਦਾ ਬਈ ਗਾਲਿਬ ਤਾਂ ਆਇਆ ਹੀ ਨਹੀਂ, ਉਹਦੇ ਕੱਪੜੇ ਆਏ ਆ, ਤੈਨੂੰ ਗਾਲਿਬ ਦੀ ਪਹਿਚਾਣ ਨਹੀਂ ਸੀ, ਇਸ ਕਰਕੇ ਮੈਂ ਕੱਪੜਿਆਂ ਨੂੰ ਖਵਾ ਰਿਹਾ ਆ, ਗਾਲਿਬ ਨੂੰ ਤਾਂ ਖਵਾ ਹੀ ਨਹੀਂ ਰਿਹਾ। ਇਹ ਗੱਲ ਸੁਣ ਕੇ ਨਵਾਬ ਰੋਣ ਲੱਗ ਪਿਆ ਸੀ। ਕਹਿਣ ਦਾ ਮਤਲਬ ਇਹ ਆ ਕਿ ਲੋਕਾਂ ਨੂੰ ਭੁਲੇਖਾ ਆ, ਨੌਲੇਜ ਗਿਆਨ ਦਾ ਵਾਸਤਾ ਖਰਿਆ ਚਿੱਟੀ ਦਾੜੀ ਨਾਲ ਆ, ਸਿਆਣਪ ਨਾਲ ਆ, ਪੜ੍ਹਾਈ ਨਾਲ ਆ, ਪੈਸੇ ਨਾਲ ਆ, ਹੁਸਨ ਨਾਲ ਆ, ਕੱਪੜਿਆਂ ਨਾਲ ਆ। ਨਹੀਂ, ਇਹਦਾ ਵਾਸਤਾ ਅਕਲ ਦਾ ਅਕਲ ਨਾਲ ਆ, ਗਿਆਨ ਦਾ ਗਿਆਨ ਨਾਲ ਆ, ਨੌਲੇਜ ਦਾ ਨੌਲੇਜ ਨਾਲ ਆ। ਪਰ ਲੋਕਾਂ ਨੂੰ ਇਹ ਬੜੇ ਭਰਮ ਭੁਲੇਖੇ ਆ, ਇਸ ਕਰਕੇ ਅਮੀਰੀ ਤਾਂ ਗਰੀਬੀ ਦਾ ਪਾੜਾ ਵਧਿਆ। ਕਿੱਦਾਂ ਦੀ ਸੋਚ ਲੋਕ ਰੱਖਦੇ ਆ, ਮੈਨੂੰ ਇਸ ਗੱਲ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਲੋਕਾਂ ਨੂੰ ਨਹੀਂ ਪਤਾ ਕਿ ਯਾਰ ਗਿਆਨ ਕੀ ਚੀਜ਼ ਆ। ਜਿਹੜੇ ਬਾਹਰਲੇ, ਜੇ ਤੁਸੀਂ ਨਹੀਂ ਕੁਝ ਪੜ੍ਹੇ ਤਾਂ ਬਾਹਰਲੇ ਵਿਗਿਆਨੀਆਂ ਨੂੰ ਪੜ੍ਹੋ, ਜਿਨ੍ਹਾਂ ਨੂੰ ਸਕੂਲੋਂ ਕੱਢ ਦਿੱਤਾ ਗਿਆ ਸੀ। ਉਹਨਾਂ ਨੇ ਵੱਡੀਆਂ ਵੱਡੀਆਂ ਖੋਜਾਂ ਕੀਤੀਆਂ, ਦਵਾਈਆਂ ਦੀ ਖੋਜ ਕੀਤੀ, ਹੋਰ ਕੀਤਾ, ਤੇ ਤੁਹਾਨੂੰ ਹਜੇ ਵੀ ਭੁਲੇਖਾ ਆ ਕਿ ਖਰਿਆ ਪੈਸੇ ਨਾਲ ਵਾਸਤਾ ਆ, ਖਰਿਆ ਕੱਪੜਿਆਂ ਨਾਲ ਵਾਸਤਾ ਆ। ਉਹ ਵੀਰਾਂ ਨੂੰ ਮੈਂ ਕਹਿੰਦਾ ਕਿ ਭਾਈ ਪਹਿਲਾਂ ਪੜ੍ਹੋ, ਚੰਗੀ ਤਰ੍ਹਾਂ ਗਿਆਨ ਹਾਸਲ ਕਰੋ, ਫਿਰ ਤੁਹਾਨੂੰ ਪਤਾ ਲੱਗਣਾ ਗਿਆਨ ਦਾ ਇਹਦੇ ਨਾਲ ਕੋਈ ਵਾਸਤਾ ਨਹੀਂ। ਸਭ ਨੂੰ ਮੇਰੇ ਵੱਲੋਂ ਲਾਲ ਸਲਾਮ। ਕੋਈ ਵਾਸਤਾ ਨਹੀਂ ਗਿਆਨ ਦਾ। ਗਾਲਿਬ ਦੀ ਵੀ ਮੈਨੂੰ ਗਾਲਿਬ ਦੀ ਤਾਂ ਆਪਣੀ ਗੱਲ ਇੱਕ ਲੱਗੀ, ਤਾਂ ਕਰਕੇ ਮੈਂ ਗਾਲਿਬ ਦਾ ਜ਼ਿਕਰ ਕੀਤਾ ਇੱਥੇ। ਸਭ ਨੂੰ ਮੇਰੇ ਵੱਲੋਂ ਲਾਲ ਸਲਾਮ।